ਅੱਜ ਆਪਾਂ ਗੋਤਾ ਲਾਉਣ ਜਾ ਰਹੇ ਹਾਂ ਐਬਸਟ੍ਰੈਕਟ ਐਲਜਬਰਾ ਦੀ ਦਿਲਚਸਪ ਦੁਨੀਆ ਵਿੱਚ ਤੇ ਖਾਸ ਤੌਰ ਤੇ ਧਿਆਨ ਦੇਵਾਂਗੇ ਰਿੰਗਸ ਐਂਡ ਹੋਮੋਮੋਰਫਿਜ਼ਮਸ ਤੇ। ਅਤੇ ਹਾਂ, ਇਸ ਤੋਂ ਪਹਿਲਾਂ ਕਿ ਕੋਈ ਹੋਰ ਪਾਸੇ ਸੋਚੇ, ਆਪਾਂ ਇੱਥੇ ਗਹਿਣੇ ਵਾਲੀ ਅੰਗੂਠੀ ਦੀ ਗੱਲ ਬਿਲਕੁਲ ਨਹੀਂ ਕਰ ਰਹੇ। ਅਸੀਂ ਇੱਕ ਬਹੁਤ ਹੀ ਬੁਨਿਆਦੀ ਗਣਿਤਿਕ ਢਾਂਚੇ ਬਾਰੇ ਗੱਲ ਕਰਨੀ ਹੈ ਜਿਸ ਨੂੰ ਰਿੰਗ ਕਿਹਾ ਜਾਂਦਾ ਹੈ। ਤਾਂ ਅੱਜ ਦਾ ਆਪਣਾ ਸਫ਼ਰ ਕੁਝ ਇਸ ਤਰ੍ਹਾਂ ਦਾ ਰਹੇਗਾ। ਆਪਾਂ ਸ਼ੁਰੂ ਕਰਾਂਗੇ ਰਿੰਗ ਦੀ ਪਰਿਭਾਸ਼ਾ ਤੋਂ, ਫਿਰ ਦੇਖਾਂਗੇ ਇਹਦੀਆਂ ਵੱਖ-ਵੱਖ ਕਿਸਮਾਂ ਜਿਵੇਂ ਫੀਲਡਸ ਤੇ ਇੰਟੀਗਰਲ ਡੋਮੇਨਸ। ਉਸ ਤੋਂ ਬਾਅਦ ਆਪਾਂ ਆਈਡੀਅਲ ਦੇ ਕਨਸੈਪਟ ਨੂੰ ਸਮਝਾਂਗੇ ਤੇ ਅਖੀਰ ਵਿੱਚ ਪਹੁੰਚਾਂਗੇ ਹੋਮੋਮੋਰਫਿਜ਼ਮਸ ਤੇ, ਜਿਹੜਾ ਸਾਨੂੰ ਇੱਕ ਅਸਲ ਰਿਸਰਚ ਪ੍ਰੋਬਲਮ ਤੱਕ ਲੈ ਕੇ ਜਾਵੇਗਾ। ਚਲੋ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ, ਆਖਿਰ ਇੱਕ ਗਣਿਤਕ ਰਿੰਗ ਹੁੰਦਾ ਕੀ ਹੈ? ਤੇ ਜਿਵੇਂ ਕਿ ਲਿਖਿਆ ਹੈ, ਇਹ ਉਹ ਚੀਜ਼ ਨਹੀਂ ਜਿਸ ਬਾਰੇ ਤੁਸੀਂ ਸੋਚ ਰਹੇ ਹੋ। ਤਾਂ ਰਿੰਗ ਹੈ ਕੀ? ਦੇਖੋ, ਗਣਿਤ ਵਿੱਚ ਇੱਕ ਰਿੰਗ ਅਸਲ ਵਿੱਚ ਇੱਕ ਸੈੱਟ ਹੁੰਦਾ ਹੈ ਜਿਸ ਨੂੰ ਆਪਾਂ ਆਰ ਕਹਿ ਲੈਂਦੇ ਹਾਂ। ਇਹਦੇ ਵਿੱਚ ਦੋ ਆਪਰੇਸ਼ਨਸ ਹੁੰਦੇ ਨੇ, ਇੱਕ ਐਡੀਸ਼ਨ ਪਲੱਸ ਤੇ ਦੂਜਾ ਮਲਟੀਪਲੀਕੇਸ਼ਨ ਸਟਾਰ। ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਇਹ ਕੋਈ ਆਮ ਸੈੱਟ ਨਹੀਂ ਹੋ ਸਕਦਾ। ਇਹਨੂੰ ਕੁਝ ਖਾਸ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਨ੍ਹਾਂ ਨੂੰ ਅਸੀਂ ਐਕਸੀਅਮਸ ਕਹਿੰਦੇ ਹਾਂ। ਇਹਨਾਂ ਨਿਯਮਾਂ ਵਿੱਚ ਡਿਸਟ੍ਰੀਬਿਊਟਿਵਿਟੀ ਵਰਗੀਆਂ ਚੀਜ਼ਾਂ ਸ਼ਾਮਲ ਨੇ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਐਡੀਸ਼ਨ ਤੇ ਮਲਟੀਪਲੀਕੇਸ਼ਨ ਇੱਕ ਦੂਜੇ ਨਾਲ ਇੱਕ ਖਾਸ ਤਰੀਕੇ ਨਾਲ ਕੰਮ ਕਰਦੇ ਨੇ, ਬਿਲਕੁਲ ਉਵੇਂ ਹੀ ਜਿਵੇਂ ਆਪਾਂ ਸਕੂਲ ਵਿੱਚ ਸਿੱਖਿਆ ਸੀ। ਸਮਝੋ ਕਿ ਇਹ ਇੱਕ ਰਿੰਗ ਲਈ ਖੇਡ ਦੇ ਬੁਨਿਆਦੀ ਨਿਯਮ ਨੇ। ਇੱਥੇ ਸਕਰੀਨ ਤੇ ਤੁਸੀਂ ਸਰੋਤ ਤੋਂ ਸਿੱਧੀ ਪਰਿਭਾਸ਼ਾ ਦੇਖ ਸਕਦੇ ਹੋ। ਪਰ ਸਾਰੇ ਰਿੰਗਸ ਇੱਕੋ ਜਿਹੇ ਨਹੀਂ ਹੁੰਦੇ। ਅਸਲ ਵਿੱਚ ਰਿੰਗਸ ਦਾ ਇੱਕ ਪੂਰਾ ਪਰਿਵਾਰ ਹੈ ਤੇ ਹਰ ਇੱਕ ਦੀਆਂ ਆਪਣੀਆਂ ਖਾਸੀਅਤਾਂ ਨੇ। ਚਲੋ ਕੁਝ ਜ਼ਰੂਰੀ ਕਿਸਮਾਂ ਤੇ ਇੱਕ ਨਜ਼ਰ ਮਾਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਕਮਿਊਟੇਟਿਵ ਰਿੰਗ। ਇਹ ਇੱਕ ਅਜਿਹਾ ਰਿੰਗ ਹੈ ਜਿੱਥੇ ਗੁਣਾਂ ਦਾ ਕ੍ਰਮ ਕੋਈ ਮਾਇਨੇ ਨਹੀਂ ਰੱਖਦਾ। ਯਾਨੀ ਜੇ ਤੁਸੀਂ ਦੋ ਤੱਥ A ਅਤੇ B ਲੈਂਦੇ ਹੋ ਤਾਂ A ਨੂੰ B ਨਾਲ ਗੁਣਾ ਕਰੋ ਜਾਂ B ਨੂੰ A ਨਾਲ, ਜਵਾਬ ਹਮੇਸ਼ਾ ਇੱਕੋ ਜਿਹਾ ਹੀ ਆਵੇਗਾ। ਬਿਲਕੁਲ ਉਸੇ ਤਰ੍ਹਾਂ ਜਿਵੇਂ 2 ਗੁਣਾ 3 ਤੇ 3 ਗੁਣਾ 2 ਦੋਵੇਂ 6 ਹੀ ਹੁੰਦੇ ਨੇ। ਇਸ ਤੋਂ ਅੱਗੇ ਹੈ ਫੀਲਡ। ਇੱਕ ਫੀਲਡ ਇੱਕ ਬਹੁਤ ਹੀ ਖਾਸ ਕਿਸਮ ਦਾ ਕਮਿਊਟੇਟਿਵ ਰਿੰਗ ਹੈ ਜਿਸ ਦੇ ਕੋਲ ਇੱਕ ਵਾਧੂ ਸੁਪਰ ਪਾਵਰ ਹੁੰਦੀ ਹੈ। ਇਹਦੇ ਹਰ ਨਾਨ ਜ਼ੀਰੋ ਐਲੀਮੈਂਟ ਦਾ ਇੱਕ ਮਲਟੀਪਲੀਕੇਟਿਵ ਇਨਵਰਸ ਹੁੰਦਾ ਹੈ। ਜੇ ਸੌਖੀ ਭਾਸ਼ਾ ਵਿੱਚ ਕਹੀਏ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਨਾਨ ਜ਼ੀਰੋ ਨੰਬਰ ਨਾਲ ਹਮੇਸ਼ਾ ਡਿਵਾਈਡ ਕਰ ਸਕਦੇ ਹੋ। ਤੇ ਫਿਰ ਆਉਂਦਾ ਹੈ ਇੰਟੀਗਰਲ ਡੋਮੇਨ। ਇਹ ਵੀ ਇੱਕ ਕਮਿਊਟੇਟਿਵ ਰਿੰਗ ਹੀ ਹੈ, ਪਰ ਇਹਦੀ ਖਾਸੀਅਤ ਹੈ ਕਿ ਇਹਦੇ ਵਿੱਚ ਕੋਈ ਜ਼ੀਰੋ ਡਿਵਾਈਜ਼ਰਸ ਨਹੀਂ ਹੁੰਦੇ। ਹੁਣ ਇਸ ਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੈ ਕਿ ਜੇ ਦੋ ਸੰਖਿਆਵਾਂ A ਅਤੇ B ਨੂੰ ਗੁਣਾ ਕਰਕੇ 0 ਆਉਂਦਾ ਹੈ ਤਾਂ ਇਹ ਪੱਕਾ ਹੈ ਕਿ ਦੋਵਾਂ ਵਿੱਚੋਂ ਘੱਟੋ-ਘੱਟ ਇੱਕ ਯਾਨੀ A ਜਾਂ B ਜ਼ਰੂਰ 0 ਹੋਵੇਗਾ। ਤਾਂ ਸਾਰੀ ਗੱਲ ਦਾ ਨਿਚੋੜ ਕੀ ਹੈ? ਇਹ ਟੇਬਲ ਸਾਨੂੰ ਫੀਲਡ ਤੇ ਇੰਟੀਗਰਲ ਡੋਮੇਨ ਦੀ ਤੁਲਨਾ ਕਰਨ ਵਿੱਚ ਮਦਦ ਕਰਦਾ ਹੈ। ਦੇਖੋ, ਦੋਵੇਂ ਕਮਿਊਟੇਟਿਵ ਨੇ ਤੇ ਦੋਵਾਂ ਵਿੱਚ 0 ਡਿਵਾਈਜ਼ਰਸ ਨਹੀਂ ਹੁੰਦੇ, ਪਰ ਅਸਲ ਫਰਕ ਹੈ ਮਲਟੀਪਲੀਕੇਟਿਵ ਇਨਵਰਸ ਦਾ। ਫੀਲਡ ਵਿੱਚ ਹਰ ਨਾਨ ਜ਼ੀਰੋ ਐਲੀਮੈਂਟ ਦਾ ਇੱਕ ਇਨਵਰਸ ਹੁੰਦਾ ਹੀ ਹੁੰਦਾ ਹੈ, ਜਦਕਿ ਇੰਟੀਗਰਲ ਡੋਮੇਨ ਵਿੱਚ ਅਜਿਹਾ ਹੋਣਾ ਜ਼ਰੂਰੀ ਨਹੀਂ। ਇਸ ਲਈ ਹਰ ਫੀਲਡ ਇੱਕ ਇੰਟੀਗਰਲ ਡੋਮੇਨ ਹੁੰਦਾ ਹੈ, ਪਰ ਹਰ ਇੰਟੀਗਰਲ ਡੋਮੇਨ ਦਾ ਫੀਲਡ ਹੋਣਾ ਜ਼ਰੂਰੀ ਨਹੀਂ। ਚਲੋ, ਹੁਣ ਜਦੋਂ ਆਪਾਂ ਕੁਝ ਮੁੱਖ ਰਿੰਗਸ ਨੂੰ ਸਮਝ ਲਿਆ ਹੈ ਤਾਂ ਹੁਣ ਇਹਨਾਂ ਦੇ ਅੰਦਰ ਝਾਤ ਮਾਰਦੇ ਹਾਂ। ਹੁਣ ਵਾਰੀ ਹੈ ਆਈਡੀਅਲ ਦੇ ਕਨਸੈਪਟ ਦੀ। ਇਸ ਨੂੰ ਇੰਜ ਸੋਚੋ ਕਿ ਆਪਾਂ ਰਿੰਗ ਦੇ ਅੰਦਰ ਕੁਝ ਖਾਸ ਸਬ ਸਟਰਕਚਰਸ ਲੱਭ ਰਹੇ ਹਾਂ, ਜਿਵੇਂ ਇੱਕ ਵੱਡੇ ਸ਼ਹਿਰ ਦੇ ਅੰਦਰ ਖਾਸ ਮੁਹੱਲਿਆਂ ਨੂੰ ਲੱਭਣਾ। ਇੱਕ ਆਈਡੀਅਲ, ਜਿਸ ਨੂੰ ਆਪਾਂ I ਕਹਿ ਲੈਂਦੇ ਆ, ਇਹ ਰਿੰਗ R ਦਾ ਇੱਕ ਖਾਸ ਹਿੱਸਾ ਹੈ। ਇਹਦੀ ਸਭ ਤੋਂ ਦਿਲਚਸਪ ਗੱਲ ਪਤਾ ਕੀ ਹੈ? ਇਹ ਮਲਟੀਪਲੀਕੇਸ਼ਨ ਨੂੰ ਜਿਵੇਂ ਐਬਜ਼ੌਰਬ ਕਰ ਲੈਂਦਾ ਹੈ, ਯਾਨੀ ਆਪਣੇ ਅੰਦਰ ਸੋਖ ਲੈਂਦਾ ਹੈ। ਜੇ ਤੁਸੀਂ ਆਈਡੀਅਲ I ਵਿੱਚੋਂ ਕੋਈ ਵੀ ਐਲੀਮੈਂਟ ਚੁੱਕੋ ਤੇ ਉਸ ਨੂੰ ਵੱਡੇ ਰਿੰਗ R ਦੇ ਕਿਸੇ ਵੀ ਐਲੀਮੈਂਟ ਨਾਲ ਗੁਣਾ ਕਰੋ ਤਾਂ ਜਿਹੜਾ ਨਤੀਜਾ ਆਵੇਗਾ ਉਹ ਹਮੇਸ਼ਾ ਆਈਡੀਅਲ I ਦੇ ਅੰਦਰ ਹੀ ਰਹੇਗਾ। ਪਰ ਸਵਾਲ ਇਹ ਹੈ ਕਿ ਇਹ ਕਨਸੈਪਟ ਇੰਨਾ ਜ਼ਰੂਰੀ ਕਿਉਂ ਹੈ? ਉਹ ਇਸ ਲਈ ਕਿਉਂਕਿ ਆਈਡੀਅਲ ਸਾਨੂੰ ਫੈਕਟਰ ਰਿੰਗਸ ਨੂੰ ਸਮਝਣ ਦੀ ਚਾਬੀ ਦਿੰਦੇ ਹਨ ਅਤੇ ਇਹ ਹੋਮੋਮੋਰਫਿਜ਼ਮਸ ਨੂੰ ਸਮਝਣ ਲਈ ਬਹੁਤ ਜ਼ਰੂਰੀ ਨੇ, ਜੋ ਕਿ ਸਾਡਾ ਅਗਲਾ ਟੌਪਿਕ ਹੈ। ਲੋ ਜੀ, ਹੁਣ ਆਪਾਂ ਪਹੁੰਚ ਗਏ ਹਾਂ ਅੱਜ ਦੇ ਮੇਨ ਇਵੈਂਟ ਤੇ, ਹੋਮੋਮੋਰਫਿਜ਼ਮਸ। ਇਹਨਾਂ ਨੂੰ ਤੁਸੀਂ ਰਿੰਗਸ ਦੇ ਵਿਚਕਾਰ ਸਟਰਕਚਰ ਨੂੰ ਸਾਂਭ ਕੇ ਰੱਖਣ ਵਾਲੇ ਮੈਪ ਸਮਝ ਸਕਦੇ ਹੋ। ਇਹ ਉਹ ਪੁਲ ਨੇ ਜਿਹੜੇ ਇਹਨਾਂ ਵੱਖਰੀ ਗਣਿਤਿਕ ਦੁਨੀਆਵਾਂ ਨੂੰ ਆਪਸ ਵਿੱਚ ਜੋੜਦੇ ਨੇ। ਤਾਂ ਫਿਰ ਹੋਮੋਮੋਰਫਿਜ਼ਮ ਹੈ ਕੀ? ਇਹ ਇੱਕ ਮੈਪ ਹੈ ਜਿਸ ਨੂੰ ਆਪਾਂ ਫਾਈ ਕਹਿੰਦੇ ਹਾਂ, ਜਿਹੜਾ ਇੱਕ ਰਿੰਗ R ਤੋਂ ਦੂਜੇ ਰਿੰਗ S ਤੱਕ ਜਾਂਦਾ ਹੈ। ਇਹਦੀ ਖਾਸੀਅਤ ਇਹ ਹੈ ਕਿ ਇਹ ਦੋਵੇਂ ਰਿੰਗਸ ਦੇ ਸਟਰਕਚਰ ਦਾ ਪੂਰਾ ਸਨਮਾਨ ਕਰਦਾ ਹੈ। ਮਤਲਬ ਕਿ ਇਹ ਐਡੀਸ਼ਨ ਤੇ ਮਲਟੀਪਲੀਕੇਸ਼ਨ ਦੇ ਆਪਰੇਸ਼ਨਸ ਨੂੰ ਬਿਲਕੁਲ ਵੀ ਨਹੀਂ ਬਦਲਦਾ। ਚਲੋ, ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਸੋਚੋ ਕਿ ਤੁਸੀਂ ਸ਼ੁਰੂਆਤੀ ਰਿੰਗ R ਵਿੱਚੋਂ 2 ਐਲੀਮੈਂਟਸ ਲਏ, ਪਹਿਲਾਂ ਉਹਨਾਂ ਨੂੰ ਜੋੜ ਦਿੱਤਾ,
ਫਿਰ ਜਿਹੜਾ ਜਵਾਬ ਆਇਆ ਉਸ ਨੂੰ ਫਾਈ ਦੀ ਮਦਦ ਨਾਲ ਦੂਜੇ ਰਿੰਗ ਐਸ ਵਿੱਚ ਭੇਜ ਦਿੱਤਾ। ਹੁਣ ਇਹ ਜਵਾਬ ਬਿਲਕੁਲ ਉਹੀ ਹੋਵੇਗਾ ਜੇਕਰ ਤੁਸੀਂ ਪਹਿਲਾਂ ਦੋਵਾਂ ਐਲੀਮੈਂਟਸ ਨੂੰ ਵੱਖ-ਵੱਖ ਐਸ ਵਿੱਚ ਭੇਜਦੇ ਤੇ ਫਿਰ ਉੱਥੇ ਜਾ ਕੇ ਉਹਨਾਂ ਨੂੰ ਜੋੜਦੇ। ਸਟਰਕਚਰ ਬਿਲਕੁਲ ਕਾਇਮ ਰਹਿੰਦਾ ਹੈ। ਤੁਸੀਂ ਇਸ ਨੂੰ ਦੋ ਗਣਿਤਿਕ ਭਾਸ਼ਾਵਾਂ ਦੇ ਵਿਚਕਾਰ ਇੱਕ ਬਹੁਤ ਹੀ ਵਧੀਆ ਟਰਾਂਸਲੇਟਰ ਸਮਝ ਸਕਦੇ ਹੋ। ਇੱਕ ਅਜਿਹਾ ਟਰਾਂਸਲੇਟਰ ਜਿਹੜਾ ਸਿਰਫ ਸ਼ਬਦਾਂ ਦਾ ਅਨੁਵਾਦ ਨਹੀਂ ਕਰਦਾ, ਸਗੋਂ ਪੂਰੀ ਗੱਲ ਦਾ ਮਤਲਬ, ਉਹਦਾ ਢਾਂਚਾ ਸਭ ਕੁਝ ਸਾਂਭ ਕੇ ਰੱਖਦਾ ਹੈ। ਇੱਕ ਹੋਮੋਮੋਰਫਿਜ਼ਮ ਗਣਿਤ ਦੇ ਸਟਰਕਚਰਸ ਲਈ ਬਿਲਕੁਲ ਇਹੀ ਕੰਮ ਕਰਦਾ ਹੈ। ਠੀਕ ਹੈ, ਹੁਣ ਤੱਕ ਆਪਾਂ ਬਹੁਤ ਸਾਰੀ ਥਿਊਰੀ ਦੀ ਗੱਲ ਕਰ ਲਈ। ਹੁਣ ਵੇਲਾ ਹੈ ਇਹ ਸਭ ਨੂੰ ਇਕੱਠਾ ਕਰਕੇ ਦੇਖਣ ਦਾ ਕਿ ਇਹ ਅਸਲ ਵਿੱਚ ਕਿੱਥੇ ਕੰਮ ਆਉਂਦਾ ਹੈ। ਹੁਣ ਆਪਾਂ ਪਹੁੰਚ ਰਹੇ ਹਾਂ ਇੱਕ ਠੋਸ ਰਿਸਰਚ ਸਵਾਲ ਤੇ। ਜਿਵੇਂ ਕਿ ਸਰੋਤ ਤੋਂ ਲਿਆ ਇਹ ਹਵਾਲਾ ਦੱਸਦਾ ਹੈ, ਰਿੰਗਸ ਵਿੱਚ ਹੋਮੋਮੋਰਫਿਜ਼ਮਸ ਦੀ ਗਿਣਤੀ ਲੱਭਣਾ ਸਾਲਾਂ ਤੋਂ ਇੱਕ ਵੱਡੀ ਸਮੱਸਿਆ ਰਹੀ ਹੈ। ਇਹ ਕੋਈ ਨਵੀਂ ਚੁਣੌਤੀ ਨਹੀਂ ਹੈ, ਬਲਕਿ ਗਣਿਤ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਤੇ ਲੰਬੇ ਸਮੇਂ ਤੋਂ ਚੱਲ ਰਿਹਾ ਰਿਸਰਚ ਦਾ ਖੇਤਰ ਹੈ। ਤੇ ਇੱਥੇ ਹੀ ਸਾਡਾ ਸੋਰਸ ਪੇਪਰ ਸਾਹਮਣੇ ਆਉਂਦਾ ਹੈ। ਇਹਦਾ ਖਾਸ ਮਕਸਦ ਹੈ ਰਿੰਗ ZN ਤੋਂ ਆਪਣੇ ਆਪ ਵਿੱਚ ਹੋਮੋਮੋਰਫਿਜ਼ਮਸ ਦੀ ਗਿਣਤੀ ਲੱਭਣਾ। ਇਹ ਗੱਲ ਸਾਡੀ ਸਾਰੀ ਐਬਸਟ੍ਰੈਕਟ ਚਰਚਾ ਨੂੰ ਸਿੱਧਾ ਸੋਰਸ ਮਟੀਰੀਅਲ ਦੇ ਮਕਸਦ ਨਾਲ ਜੋੜ ਦਿੰਦੀ ਹੈ। ਤਾਂ ਇਹਦਾ ਮਤਲਬ ਕੀ ਹੋਇਆ ਹੈ? ਇਹਦਾ ਮਤਲਬ ਇਹ ਹੈ ਕਿ ਜਿੰਨੀਆਂ ਵੀ ਆਪਾਂ ਐਬਸਟ੍ਰੈਕਟ ਪਰਿਭਾਸ਼ਾਵਾਂ ਦੀ ਗੱਲ ਕੀਤੀ ਹੈ, ਉਹ ਸਾਰੀਆਂ ਹੁਣ ਇੱਕ ਠੋਸ ਸਵਾਲ ਤੇ ਆ ਕੇ ਟਿਕ ਗਈਆਂ ਨੇ। ਆਖਿਰ ਇਹਨਾਂ ਸਟਰਕਚਰ ਪ੍ਰੀਜ਼ਰਵਿੰਗ ਮੈਪਸ ਦੀ ਗਿਣਤੀ ਕਿੰਨੀ ਹੈ? ਇਹ ਸਾਰੀ ਥਿਊਰੀ ਹੁਣ ਇੱਕ ਗਿਣਤੀ ਦੀ ਸਮੱਸਿਆ ਵਿੱਚ ਬਦਲ ਗਈ ਹੈ। ਤੇ ਇਹ ਸਾਨੂੰ ਇੱਕ ਆਖਰੀ ਪਰ ਬਹੁਤ ਹੀ ਡੂੰਘੇ ਸਵਾਲ ਤੇ ਛੱਡ ਜਾਂਦਾ ਹੈ। ਇੱਕ ਗਣਿਤਕ ਢਾਂਚਾ ਆਪਣੇ ਆਪ ਨਾਲ ਕਿੰਨੇ ਤਰੀਕਿਆਂ ਨਾਲ ਗੱਲ ਕਰ ਸਕਦਾ ਹੈ? ਇਹੋ ਹੀ ਇਸ ਰਿਸਰਚ ਪ੍ਰੋਬਲਮ ਦਾ ਅਸਲ ਸਾਰ ਹੈ ਅਤੇ ਇਹਦਾ ਜਵਾਬ ਸਾਨੂੰ ਗਣਿਤ ਦੇ ਬੁਨਿਆਦੀ ਢਾਂਚੇ ਬਾਰੇ ਬਹੁਤ ਕੁਝ ਦੱਸ ਸਕਦਾ ਹੈ।